ਪਿਆਰੇ ਵਿਦਿਆਰਥੀਓ, ਆਨਲਾਈਨ ਲੈਕਚਰ ਸੀਰੀਜ਼ ਦੇ ਵਿੱਚ ਅੱਜ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਗਰਾਮ ਦੇ ਤਹਿਤ ਸਾਡਾ ਤੇ ਤੁਹਾਡਾ ਸੁਮੇਲ ਹੋਇਆ। ਸੁਮੇਲ ਰਾਜਨੀਤੀ ਵਿਗਿਆਨ ਦਾ ਇੱਕ ਬਹੁਤ ਵੱਡਾ ਸ਼ਬਦ ਹੈ। ਜਦੋਂ ਲੋਕਾਂ ਦੀਆਂ ਮੰਗਾਂ ਤੇ ਸਰਕਾਰ ਦਾ ਆਪਸ ਦੇ ਵਿੱਚ ਸੁਮੇਲ ਹੁੰਦਾ ਹੈ ਤਾਂ ਵਿਕਾਸ ਹੁੰਦਾ ਹੈ। ਭਾਵ ਕਿ ਲੋਕਾਂ ਦੀ ਮੰਗ ਕੀ ਹੈ ਰਾਜਨੀਤੀ ਦੇ ਵਿੱਚ, ਕੋਈ ਵੀ ਉਹਨਾਂ ਦੀ ਰਾਜਨੀਤਿਕ ਮੰਗ ਹੋ ਸਕਦੀ ਹੈ। ਜਦੋਂ ਉਹ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਂਦਾ ਹੈ ਤਾਂ ਲੋਕਾਂ ਦੀ ਭਲਾਈ ਹੁੰਦੀ ਹੈ। ਆਪਾਂ ਨੂੰ ਪਤਾ ਹੈ ਲੋਕਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣੀਆਂ ਜ਼ਰੂਰੀ ਨੇ। ਫਿਰ ਇਸ ਲੋਕਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਲਈ ਕੜੀ ਦਾ ਕੰਮ ਕੌਣ ਕਰਦਾ ਹੈ, ਇਸ ਸਿਸਟਮ ਨੂੰ ਲਿੰਕ ਕੌਣ ਕਰਦਾ ਹੈ? ਜ਼ਾਹਿਰ ਹੈ ਪੋਲੀਟੀਕਲ ਪਾਰਟੀਆਂ, ਸਾਡੇ ਰਾਜਨੀਤਿਕ ਦਲ। ਰਾਜਨੀਤਿਕ ਦਲ ਲੋਕਾਂ ਦੇ ਵਿੱਚੋਂ ਹੀ ਚੋਣਾਂ ਲੜਨ ਦੇ ਲਈ, ਸਰਕਾਰ ਬਣਾਉਣ ਦੇ ਲਈ ਇਕੱਠੇ ਹੁੰਦੇ ਨੇ। ਇਕੱਠੇ ਹੋ ਕੇ ਕਿਸੇ ਇੱਕ ਵਿਚਾਰਧਾਰਾ 'ਤੇ ਵੀ ਹੋ ਸਕਦੇ ਨੇ, ਕਿਸੇ ਜਾਤ ਧਰਮ ਦੇ ਆਧਾਰ 'ਤੇ ਵੀ ਹੋ ਸਕਦੇ ਨੇਗੇ। ਚੋਣਾਂ ਲੜਦੇ ਨੇ ਤੇ ਸਰਕਾਰ ਬਣਾਉਂਦੇ ਨੇ, ਲੋਕਾਂ ਦੇ ਨਾਲ ਵਾਅਦੇ ਕਰਦੇ ਨੇ, ਲੋਕਾਂ 'ਚ ਵਿਚਰਦੇ ਨੇ, ਲੋਕਾਂ ਦੀਆਂ ਗੱਲਾਂ ਸਰਕਾਰ ਤੱਕ ਲੈ ਕੇ ਜਾਂਦੇ ਨੇ। ਸੋ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਲੋਕਾਂ ਤੇ ਸਰਕਾਰ ਵਿੱਚ ਰਾਜਨੀਤਿਕ ਪਾਰਟੀਆਂ ਕੜੀ ਦਾ ਕੰਮ ਕਰਦੀਆਂ ਨੇ। ਰਾਜਨੀਤਿਕ ਪਾਰਟੀਆਂ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ, ਉਹਨਾਂ ਦੇ ਕਿਸਮਾਂ। ਜਿਵੇਂ ਉਸ ਪ੍ਰਣਾਲੀ ਦੇ ਵਿੱਚ ਇੱਕ ਦਲੀ ਪ੍ਰਣਾਲੀ ਹੋ ਗਈ, ਭਾਵ ਕਿ ਰਾਜਨੀਤਿਕ ਪਾਰਟੀਆਂ ਦੀ ਜਿਹੜੀ ਕਿਸਮ ਹੈ ਇੱਕ ਦਲੀ ਪ੍ਰਣਾਲੀ। ਇੱਕ ਦਲੀ ਪ੍ਰਣਾਲੀ ਦੇ ਵਿੱਚ ਕੀ ਹੈ, ਜਿਸ ਦੇਸ਼ ਦੇ ਵਿੱਚ ਇੱਕੋ ਹੀ ਦਲ ਆ ਜਿਹੜਾ ਕੰਮ ਕਰ ਰਿਹਾ ਹੋਵੇ, ਦੂਸਰਾ ਦਲ ਬਣਾਉਣ ਦੀ ਆਗਿਆ ਨਾ ਹੋਵੇ, ਜਾਂ ਫਿਰ ਬੜੇ ਲੰਮੇ ਸਮੇਂ ਤੋਂ ਇੱਕੋ ਹੀ ਦਲ ਵਾਰ-ਵਾਰ ਵੋਟਾਂ ਦੇ ਵਿੱਚ ਜਿੱਤ ਰਿਹਾ ਹੋਵੇ, ਉਹਨੂੰ ਆਪਾਂ ਕਹਿੰਦੇ ਹਾਂ ਇੱਕ ਦਲੀ ਪ੍ਰਣਾਲੀ। ਦੋ ਦਲੀ ਪ੍ਰਣਾਲੀ, ਜਿਸ ਦੇਸ਼ ਦੇ ਵਿੱਚ ਦੋ ਦਲ ਹੋਣ, ਭਾਵ ਕਿ ਰੋਟੇਸ਼ਨ ਵਾਈਜ਼ ਜਾਂ ਇੱਕ ਜਾਂ ਦੋ ਟਨਿਓਰ ਤੋਂ ਬਾਅਦ ਦਲ ਬਦਲ ਰਹੇ ਹੋਣ। ਇੱਕ ਆ ਗਿਆ, ਕਦੇ ਦੂਸਰਾ ਦਲ ਆ ਗਿਆ, ਦੂਸਰਾ ਦਲ ਆ ਗਿਆ, ਜਿਵੇਂ ਇੰਗਲੈਂਡ ਦੇ ਵਿੱਚ ਹੈ, ਜਿਵੇਂ ਅਮਰੀਕਾ ਦੇ ਵਿੱਚ ਹੈ, ਤਾਂ ਉਸ ਸਿਸਟਮ ਨੂੰ ਆਪਾਂ ਕਹਿੰਦੇ ਹਾਂ ਦੋ ਦਲੀ ਪ੍ਰਣਾਲੀ। ਤੀਸਰਾ ਗਾ ਮਲਟੀ ਪਾਰਟੀ ਸਿਸਟਮ, ਬਹੁਤ ਦਲੀ ਪ੍ਰਣਾਲੀ। ਉਹ ਦੇਸ਼ ਜਿੱਥੇ ਬਹੁਤ ਸਾਰੀਆਂ ਪਾਰਟੀਆਂ ਹੋਣ, ਜਿੱਥੇ ਬਹੁਤ ਸਾਰੀਆਂ ਪਾਰਟੀਆਂ ਕੰਮ ਕਰ ਰਹੀਆਂ ਹੋਣ, ਉਸ ਨੂੰ ਅਸੀਂ ਕਹਿੰਦੇ ਹਾਂਗੇ ਬਹੁਤ ਦਲੀ ਪ੍ਰਣਾਲੀ। ਜਿਵੇਂ ਭਾਰਤ ਹੈ, ਭਾਰਤ ਦੇ ਵਿੱਚ ਕਿੰਨੀਆਂ ਹੀ ਪਾਰਟੀਆਂ ਨੇ, ਤੇ ਕਈ ਵਾਰ ਸਰਕਾਰ ਬਣਾਉਣ ਦੇ ਲਈ ਸੈਂਟਰ ਪੱਧਰ 'ਤੇ ਜਾਂ ਕਿਸੇ ਰਾਜ ਪੱਧਰ ਦੇ ਉੱਤੇ ਬਹੁਤ ਸਾਰੀਆਂ ਪਾਰਟੀਆਂ ਗਠਬੰਧਨ ਕਰਕੇ ਆਪਣੀ ਸਰਕਾਰ ਬਣਾਉਂਦੀਆਂ ਨੇ। ਇਹਨਾਂ ਦੇ ਵਿੱਚੋਂ ਜਿਹੜਾ ਅੱਜ ਦਾ ਆਪਣਾ ਟੌਪਿਕ ਹੈ ਉਹ ਹੈਗਾ ਇੱਕ ਦਲ ਪ੍ਰਣਾਲੀ। ਤੇ ਇੱਕ ਦਲੀ ਪ੍ਰਣਾਲੀ ਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ, ਇਹ ਵੱਡਾ ਸਵਾਲ ਹੈ। ਕਿਉਂਕਿ ਇੱਕ ਦਲੀ ਪ੍ਰਣਾਲੀ ਜਿੱਥੇ ਦਲ ਇੱਕ ਹੈ ਤਾਂ ਉੱਥੇ ਵਿਰੋਧੀ ਧਿਰ ਦੀ ਭੂਮਿਕਾ ਕਿਵੇਂ ਹੋਵੇਗੀ, ਕਿਉਂਕਿ ਦੂਸਰਾ ਦਲ ਤਾਂ ਹੈ ਨਹੀਂ। ਇਸ ਕਰਕੇ ਜਿਹੜਾ ਅੱਜ ਦਾ ਆਪਣਾ ਟੌਪਿਕ ਹੈ, ਆਪਾਂ ਇਹਦੇ ਵਿੱਚ ਗੱਲ ਕਰਾਂਗੇ ਇੱਕ ਦਲੀ ਪ੍ਰਣਾਲੀ ਬਾਰੇ, ਤੇ ਉਹਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ। ਆਪਾਂ ਜਾਣਦੇ ਹਾਂ, ਸੁਣਿਆ ਹੋਣਾ 1917 ਦੇ ਵਿੱਚ ਕ੍ਰਾਂਤੀ ਹੋਈ ਸੀ ਰੂਸ ਦੇ ਵਿੱਚ, ਸੋਵੀਅਤ ਸੰਘ। 1917 ਦੀ ਕ੍ਰਾਂਤੀ ਨੇ ਸਮਾਜਵਾਦ ਦਾ ਮੁੱਢ ਬੰਨ੍ਹਿਆ ਸੀ। ਕਾਰਲ ਮਾਰਕਸ ਜੀ ਦੇ ਵਿਚਾਰਾਂ ਦੇ ਅਨੁਸਾਰ ਲੈਨਨ ਨੇ ਤੇ ਇਸ ਤੋਂ ਬਾਅਦ ਸਟਾਲਨ ਨੇ ਮਿਲ ਕੇ ਲੋਕਾਂ ਨੂੰ ਇਕੱਠਾ ਕੀਤਾ ਤੇ ਸਾਂਝੀ ਸੰਪત્ਤੀ, ਸਾਂਝੀ ਸਮਰੱਥਾ, ਜਿੰਨੀ ਲੋੜ ਹੈ ਓਨਾ ਲੈਣਾ, ਜਿੰਨੀ ਸਮਰੱਥਾ ਹੈ ਓਨਾ ਦੇਣਾ ਦੇ ਸਿਧਾਂਤ ਦੇ ਅਨੁਸਾਰ ਇੱਕ ਦੇਸ਼ ਇੱਕ ਪਲੇਟਫਾਰਮ 'ਤੇ ਖੜਾ ਕੀਤਾ, ਜਿੱਥੇ ਇੱਕ ਦਲ ਦੀ ਜਿਹੜੀ ਸਰਕਾਰ ਸੀ, ਭਾਵ ਕਿ ਦਲ ਦੀ ਜਿਹੜੀ ਇੱਕ ਪਾਰਟੀ ਸੀ ਉਹੀ ਰਾਜ ਕਰਦੀ ਸੀ, ਕਿਸੇ ਹੋਰ ਪਾਰਟੀ ਨੂੰ ਆਗਿਆ ਨਹੀਂ ਸੀ। ਇਹ ਸਿਧਾਂਤਾਂ ਦੇ ਵਿੱਚ ਹੈ ਕਿ ਕਿਉਂਕਿ ਇਹ ਹੋ ਸਕਦਾ ਹੈ ਵੀ ਇੱਕ ਪਾਰਟੀ ਜੇ ਰਾਜ ਨਾ ਕਰੇ, ਦੂਸਰੀ ਪਾਰਟੀ ਬੁਰਜੁਆਜੀ ਤਰੀਕੇ ਦੇ ਨਾਲ ਰਾਜ ਕਰ ਸਕਦੀ ਹੈ, ਜਾਂ ਜਿਹੜੇ ਕੈਪੀਟਲਿਸਟ ਲੋਕ ਨੇ, ਜਿਹੜੇ ਮਜ਼ਦੂਰਾਂ ਨੂੰ ਲੁੱਟਦੇ ਆ, ਉਹਨਾਂ ਦੀਆਂ ਪਾਰਟੀਆਂ ਆ ਕੇ ਰਾਜ ਕਰ ਸਕਦੀਆਂ ਤੇ ਮਜ਼ਦੂਰਾਂ ਦੀ ਉਹ ਲੁੱਟ ਕਰਨਗੀਆਂ। ਇਸ ਕਰਕੇ ਇੱਕ ਦਲੀ ਪ੍ਰਣਾਲੀ ਹੈ ਜਿਹੜੀ ਬਣਾਈ ਗਈ। ਇੱਕ ਦਲੀ ਪ੍ਰਣਾਲੀ ਦੇ ਬਹੁਤ ਸਾਰੇ ਫਾਇਦੇ ਵੀ ਨੇ, ਬਹੁਤ ਸਾਰੇ ਨੁਕਸਾਨ ਵੀ ਨੇ, ਪਰ ਆਪਾਂ ਇਹਦੇ ਵਿੱਚ ਦੇਖ ਰਹੇ ਹਾਂ ਇੱਕ ਦਲੀ ਪ੍ਰਣਾਲੀ ਦੇ ਵਿੱਚ ਸਿਸਟਮ ਕਿਵੇਂ ਚੱਲਦਾ ਹੈ। ਇੱਕ ਦਲੀ ਪ੍ਰਣਾਲੀ ਦੇ ਵਿੱਚ ਜਿਹੜੀ ਪਾਰਟੀ ਤੇ ਸਰਕਾਰ ਇੱਕੋ ਹੀ ਗੱਲ ਹੁੰਦੀ ਹੈ, ਪਾਰਟੀ ਵੀ ਉਹੀ ਹੈ ਤੇ ਸਰਕਾਰ ਵੀ ਉਹੀ ਹੈ। ਜੇ ਵੋਟਾਂ ਪੈਂਦੀਆਂ ਵੀ ਨੇ ਤਾਂ ਉਹ ਪਾਰਟੀ ਦਾ ਪ੍ਰਧਾਨ ਬਣਨ ਵਾਸਤੇ ਜਾਂ ਪਾਰਟੀ ਦੇ ਅਹੁਦੇਦਾਰ ਬਣਨ ਵਾਸਤੇ ਵੋਟਾਂ ਪੈਂਦੀਆਂ ਨੇ। ਜੋ ਪਾਰਟੀ ਦਾ ਅਹੁਦੇਦਾਰ ਹੋਵੇਗਾ ਉਹੀ ਜਿਹੜੀ ਦੇਸ਼ ਦੀ
ਪੋਸਟ ਆ ਸਭ ਤੋਂ ਵੱਡੀ, ਚਾਹੇ ਉਹ ਰਾਸ਼ਟਰਪਤੀ ਹੈ ਚਾਹੇ ਉਹ ਪ੍ਰਧਾਨ ਮੰਤਰੀ ਆ, ਉਸ ਜਗ੍ਹਾ ਦੇ ਉੱਤੇ ਵੀ ਅਹੁਦੇਦਾਰ ਉਹੀ ਹੋਵੇਗਾ। ਪਾਰਟੀ ਦੀ ਇੱਕੋ ਵਿਚਾਰਧਾਰਾ ਹੋਵੇਗੀ ਤੇ ਇਹ ਵੀ ਗਨੀਮਤ ਹੈ ਵੀ ਪੱਕੇ ਤੌਰ ਦੇ ਉੱਤੇ ਉਹੀ ਪਾਰਟੀ ਦੀ ਵਿਚਾਰਧਾਰਾ ਜਿਹੜੀ ਉਹ ਪੂਰੇ ਦੇਸ਼ ਦੇ ਉੱਤੇ ਲਾਗੂ ਰਹੇਗੀ। ਜਿਵੇਂ ਅਸੀਂ ਪ੍ਰੈਜੈਂਟੇਸ਼ਨ ਦੇ ਵਿੱਚ ਦਿਖਾ ਰਹੇ ਹਾਂ, ਜੌਨਸ ਫੋਰ ਮੇਅਰ ਵੋਟ ਜੌਨਸ, ਵੀ ਤੁਸੀਂ ਵੋਟ ਪਾਉਣੀ ਆ ਜੌਨਸ ਨੂੰ, ਤੇ ਅੱਗੇ ਮੇਅਰ ਦੀ ਵੋਟ ਦੇ ਉੱਤੇ ਵੀ ਉਹੀ ਹੈ। ਮਤਲਬ ਵਨ ਪਾਰਟੀ ਸਿਸਟਮ ਦੇ ਵਿੱਚ ਸਿੰਪਲ ਇਹ ਆ ਵੀ ਇੱਕ ਇਨਸਾਨ ਆ, ਤੁਸੀਂ ਉਹਦਾ ਨਾਮ ਲਿਆ, ਉਹਨੂੰ ਤੁਸੀਂ ਇੱਕ ਪਾਰਟੀ ਦਾ ਪ੍ਰਧਾਨ ਵੀ ਬਣਾ ਰਹੇ ਹੋ ਤੇ ਨਾਲੇ ਉਹ ਕਿਸੇ ਜਿਹੜਾ ਪੋਸਟ ਆ ਤੁਹਾਡੀ, ਚਾਹੇ ਰਾਸ਼ਟਰਪਤੀ ਚਾਹੇ ਪ੍ਰਧਾਨ ਮੰਤਰੀ, ਕੋਈ ਵੀ ਪੋਲੀਟੀਕਲ ਪੋਸਟ ਆ, ਉਸ ਦੇ ਉੱਤੇ ਵੀ ਹੋਵੇਗਾ। ਆਪਾਂ ਪਹਿਲਾਂ ਕਹਿ ਚੁੱਕੇ ਹਾਂ ਕਿ ਇੱਕ ਦਲੀ ਪ੍ਰਣਾਲੀ ਵਿੱਚ, ਜਿਸ ਦੇ ਵਿੱਚ ਸਰਕਾਰ ਸਿਰਫ ਇੱਕ ਪਾਰਟੀ ਦੁਆਰਾ ਚਲਾਈ ਜਾਂਦੀ ਹੈ ਅਤੇ ਦੂਸਰੀਆਂ ਪਾਰਟੀਆਂ ਦੀ ਕੋਈ ਜਿੱਤਣ ਦੀ ਸੰਭਾਵਨਾ ਨਾ ਹੋਵੇ ਜਾਂ ਉਹਨਾਂ ਨੂੰ ਚੋਣ ਲੜਨ ਦੀ ਆਗਿਆ ਹੀ ਨਾ ਹੋਵੇ। ਜ਼ਿਆਦਾਤਰ ਸਮਾਜਵਾਦੀ ਜਿਹੜੇ ਦੇਸ਼ ਨੇਗੇ, ਕਮਿਊਨਿਸਟ ਕੰਟਰੀਜ਼ ਨੇ, ਚੀਨ ਹੋ ਗਿਆ, ਸੋਵੀਅਤ ਸੰਘ ਹੋ ਗਿਆ, ਉਹਨਾਂ ਦੇਸ਼ਾਂ ਦੇ ਵਿੱਚ ਇਹ ਪ੍ਰਣਾਲੀ ਹੈ ਜਿਹੜੀ ਪਾਈ ਜਾਂਦੀ ਹੈ। ਉੱਤਰ ਕੋਰੀਆ, ਕਿਮ ਯੋਂਗ ਦਾ ਨਾਮ ਤੁਸੀਂ ਨੇ ਸੁਣਿਆ ਹੋਣਾ, ਉੱਥੇ ਇੱਕ ਦਲੀ ਪ੍ਰਣਾਲੀ ਜਿਹੜੀ ਉਹ ਚੱਲਦੀ ਹੈ। ਇੱਕ ਦਲੀ ਪ੍ਰਣਾਲੀ ਦਾ ਮਤਲਬ ਇਹ ਨਹੀਂ, ਕਈ ਵਾਰ ਦੂਸਰੀ ਪ੍ਰਣਾਲੀ ਦੀ ਆਗਿਆ, ਦੂਸਰੀ ਦਲ ਦੀ ਆਗਿਆ ਹੁੰਦੀ ਹੈ, ਪਰੰਤੂ ਇੱਕ ਦਲ ਨੇ ਇੰਨਾ ਜ਼ਿਆਦਾ ਜਿਹੜਾ ਦਬਾਅ ਬਣਾ ਰੱਖਿਆ ਹੁੰਦਾ, ਇੰਨੀ ਜ਼ਿਆਦਾ ਪਾਪੂਲੈਰਿਟੀ ਹੁੰਦੀ ਹੈ ਕਿ ਦੂਜੇ ਦਲ ਹੋਂਦ 'ਚ ਹੀ ਨਹੀਂ ਆ ਸਕਦੇ ਉਸ ਸਾਹਮਣੇ, ਉਸ ਪਾਰਟੀ ਦੇ ਸਾਹਮਣੇ। ਜਿਵੇਂ ਆਪਾਂ ਕਾਂਗਰਸ ਨੂੰ ਕਹਿ ਸਕਦੇ ਹਾਂ। ਭਾਰਤ ਦੇ ਵਿੱਚ 1967 ਤੱਕ ਲਗਭਗ ਬਹੁਤ ਸਾਰੇ ਰਾਜਾਂ ਦੇ ਵਿੱਚ ਤੇ ਸੈਂਟਰ ਦੇ ਵਿੱਚ ਕਾਂਗਰਸ ਪਾਰਟੀ ਦਾ ਰਾਜ ਰਿਹਾ ਹੈ। ਕਾਂਗਰਸ ਪਾਰਟੀ ਦੇ ਹੀ ਐਮਪੀ ਹੁੰਦੇ ਸੀ, ਸੰਸਦ ਦੇ ਵਿੱਚ ਵੀ ਕਾਂਗਰਸ ਪਾਰਟੀ ਦੀ ਬਹੁਮਤ ਸੀ ਤੇ ਰਾਜਾਂ ਦੇ ਵਿੱਚ ਵੀ ਜ਼ਿਆਦਾਤਰ ਕਾਂਗਰਸ ਪਾਰਟੀ ਦਾ ਹੀ ਬਹੁਮਤ ਸੀ। ਤਾਂ ਉਸ ਸਮੇਂ ਨੂੰ ਵੀ ਆਪਾਂ ਇੱਕ ਦਲੀ ਪ੍ਰਣਾਲੀ ਦੇ ਨਾਲ ਮੇਲ ਕੇ ਦੇਖ ਸਕਦੇ ਹਾਂ। ਤਾਂ ਉਹਦੇ ਵਿੱਚ ਭਾਵੇਂ ਆਗਿਆ ਸੀ ਚੋਣ ਲੜਨ ਦੀ। ਵਨ ਪਾਰਟੀ ਸਿਸਟਮ ਦੀ ਆਪਾਂ ਜੇ ਡੈਫੀਨੇਸ਼ਨ ਲੈਣੀ ਹੋਵੇ ਇੰਗਲਿਸ਼ ਦੇ ਵਿੱਚ ਆਪਾਂ ਕਹਿ ਸਕਦੇ ਹਾਂ, ਦ ਪਾਰਟੀ ਐਂਡ ਦ ਗੌਰਮੈਂਟ ਆਰ ਵਨ ਐਂਡ ਦ ਸੇਮ। ਦ ਪਾਰਟੀ ਐਂਡ ਦ ਗੌਰਮੈਂਟ ਆਰ ਦ ਵਨ ਐਂਡ ਦ ਸੇਮ। ਪਾਰਟੀ ਤੇ ਸਰਕਾਰ ਇੱਕੋ ਨੇ ਤੇ ਸੇਮ ਨੇ, ਉਸੇ ਤਰ੍ਹਾਂ ਨੇ। ਇੱਕ ਦਲੀ ਪ੍ਰਣਾਲੀ ਮੈਂ ਤੁਹਾਨੂੰ ਪਹਿਲਾਂ ਸਮਝਾ ਚੁੱਕਿਆ। ਜਿਵੇਂ ਆਪਾਂ ਇਹਦੀ ਪਾਰਟੀਸ਼ਨ ਕਰ ਸਕਦੇ ਹਾਂ, ਸਿਰਫ ਇੱਕ ਦਲ ਦੀ ਆਗਿਆ ਹੁੰਦੀ ਆ। ਮਤਲਬ ਇਹਨੂੰ ਆਪਾਂ ਪਾਰਟੀਸ਼ਨ ਜੇ ਕਰਨਾ ਹੋਵੇ, ਇਹਦਾ ਵਰਗੀਕਰਨ ਕਰਨਾ ਹੋਵੇ ਤਾਂ ਇਸ ਤਰੀਕੇ ਨਾਲ ਦੇਖ ਸਕਦੇ ਹਾਂ ਵੀ ਇੱਕ ਦਲੀ ਪ੍ਰਣਾਲੀ ਅੱਗੇ ਦੋ ਭਾਗਾਂ 'ਚ ਵੰਡੀ ਜਾਂਦੀ ਹੈ, ਸਿਰਫ ਇੱਕ ਦਲ ਦੀ ਆਗਿਆ, ਠੀਕ ਹੈ। ਦੂਸਰਾ ਵਰਗੀਕਰਨ ਇਹਨੂੰ ਆਪਾਂ ਕਰ ਸਕਦੇ ਹਾਂ, ਸਿਰਫ ਇੱਕ ਪਾਰਟੀ ਬਾਰ-ਬਾਰ ਜਿੱਤੇ ਤੇ ਅਜਾਰੇਦਾਰੀ ਉਹਦੀ ਕਾਇਮ ਹੋਵੇ। ਭਾਵ ਕਿ ਇੱਕ ਪਾਸੇ ਤਾਂ ਇੱਕ ਕਿਸਮ ਤਾਂ ਇਹਦੀ ਉਹ ਬਣਦੀ ਹੈ ਵੀ ਜਿੱਥੇ ਸਿਰਫ ਇੱਕ ਦਲ ਦੀ ਆਗਿਆ ਹੋਵੇ, ਭਾਵ ਉੱਤਰ ਕੋਰੀਆ ਦੇ ਵਿੱਚ ਜਿਵੇਂ ਸਿਰਫ ਇੱਕ ਦਲ ਦੀ ਆਗਿਆ, ਚਾਹੇ ਕਮਿਊਨਿਸਟ ਚਾਈਨਾ ਹੋ ਗਿਆ, ਉੱਥੇ ਵੀ ਇੱਕ ਦਲ ਦੀ ਆਗਿਆ, ਦੂਜਾ ਦਲ ਹੋਂਦ ਵਿੱਚ ਹੀ ਨਹੀਂ ਆ ਸਕਦਾ। ਤੇ ਦੂਸਰਾ ਜਿਹੜਾ ਇਹਦੀ ਦੂਸਰੀ ਕਿਸਮ ਆ ਉਹ ਹੈ ਕਿ ਵੀ ਸਿਰਫ ਇੱਕ ਪਾਰਟੀ ਵਾਰ-ਵਾਰ ਜਿੱਤੇ। ਆਗਿਆ ਤਾਂ ਹੈ ਪਰ ਇੱਕ ਪਾਰਟੀ ਹੀ ਵਾਰ-ਵਾਰ ਹੈ ਜਿਹੜੀ ਉਹ ਜਿੱਤ ਰਹੀ ਹੈ, ਜਿਹਦੇ ਕਰਕੇ ਉਸ ਪਾਰਟੀ ਦੀ ਅਜਾਰੇਦਾਰੀ ਹੈ ਜਿਹੜੀ ਉਹ ਕਾਇਮ ਹੋ ਜਾਂਦੀ ਹੈ। ਇਹਦੀ ਉਦਾਹਰਨ ਆਪਾਂ ਉੱਤਰ ਕੋਰੀਆ ਦੇ ਚੁੱਕੇ ਹਾਂ ਤੇ ਦੂਸਰੇ ਪਾਸੇ 1967 ਤੱਕ ਭਾਰਤ ਵਿੱਚ ਕਾਂਗਰਸ ਪਾਰਟੀ ਜਿਵੇਂ ਰਹੀ ਸੀ। ਇਹਦੇ ਨਾਲ ਹੀ ਹੋਰ ਆਪਾਂ ਉਦਾਹਰਨਾਂ ਚੱਕ ਸਕਦੇ ਹਾਂ ਕਿ ਸੋਵੀਅਤ ਸੰਘ 1917 ਤੋਂ ਬਾਅਦ ਬੋਲਸ਼ਵਿਕ ਮੈਂਸਵਿਕ ਪਾਰਟੀਆਂ ਸੀ, ਪਰ ਹੌਲੀ-ਹੌਲੀ ਕਾਮਰੇਡ ਲੈਨਨ ਨੇ, ਅੱਗੇ ਕਾਮਰੇਡ ਸਟਾਲਨ ਨੇ ਉਹ ਪਾਰਟੀਆਂ ਨੂੰ ਖਤਮ ਕਰਕੇ ਇੱਕ ਪਾਰਟੀ ਦਾ ਜਿਹੜਾ ਰੂਲ ਆ ਉਹ ਲਾਗੂ ਕੀਤਾ। 1922 ਤੋਂ ਲੈ ਕੇ 1992 ਤੱਕ ਜਿਹੜੀ ਸੋਵੀਅਤ ਸੰਘ ਦੇ ਵਿੱਚ ਇੱਕ ਪਾਰਟੀ ਦੀ ਸਰਕਾਰ ਰਹੀ ਹੈ, ਇੱਕ ਪਾਰਟੀ ਸਿਸਟਮ ਰਿਹਾ। ਮਤਲਬ ਕਿ ਸਰਕਾਰ ਵੀ ਉਸੇ ਦੀ ਤੇ ਪਾਰਟੀ ਵੀ ਇੱਕੋ ਹੀ, ਸੇਮ। ਦੂਸਰਾ ਆਪਾਂ ਜਰਮਨੀ ਕਹਿ ਸਕਦੇ ਹਾਂ। ਤੁਸੀਂ ਨੇ ਹਿਟਲਰ ਦਾ ਨਾਮ ਸੁਣਿਆ ਹੋਣਾ। ਹਿਟਲਰ ਜਦੋਂ 1933 ਦੇ ਵਿੱਚ ਪਾਵਰ 'ਚ ਆਉਂਦਾ, ਨਾਜੀ ਪਾਰਟੀ ਜਰਮਨ ਦੇ ਵਿੱਚ ਪਾਵਰ ਦੇ ਵਿੱਚ ਆਉਂਦੀ, ਇਸ ਤੋਂ ਪਹਿਲਾਂ ਹੀ ਪਾਵਰ ਦੇ ਵਿੱਚ ਆ ਗਈ ਸੀ। ਜਦੋਂ ਉਹ ਜਿਹੜਾ ਆਪਣਾ ਨਾਜੀਵਾਦੀ ਏਜੰਡਾ ਹੈਗਾ ਉਹਨੂੰ ਪਾਵਰ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦਾ ਹੈ, ਲੋਕਾਂ ਨੂੰ ਨਾਜੀ ਪਾਰਟੀ ਦੇ ਆਧਾਰ ਦੇ ਉੱਤੇ ਇਕੱਠੇ ਕਰਕੇ ਇੱਕ ਪ੍ਰੋਪੇਗੰਡਾ ਜਿਹੜਾ ਸ਼ੁਰੂ ਕਰਦਾ ਹੈ। ਉਦੋਂ ਵੀ ਉੱਥੇ ਇੱਕ ਪਾਰਟੀ ਅਲਾਉਡ ਹੋਈ ਸੀ 1933 ਤੋਂ ਲੈ ਕੇ ਜਦੋਂ ਤੱਕ ਦੂਸਰਾ ਵਿਸ਼ਵ ਯੁੱਧ ਜਿਹੜਾ ਉਹ ਖਤਮ ਹੋਇਆ 1945 ਤੱਕ। ਜਰਮਨੀ ਦੇ ਵਿੱਚ ਵੀ ਲਗਭਗ ਜਿਹੜੀ ਆਪਣੀ ਇੱਕ ਦਲੀ ਜਿਹੜੀ ਪ੍ਰਣਾਲੀ ਆ ਉਹ ਸਿਸਟਮ ਰਿਹਾ। ਇਸ ਤੋਂ ਬਾਅਦ ਮੁਸੋਲਿਨੀ ਦਾ ਦੋਸਤ, ਹਿਟਲਰ ਦਾ ਦੋਸਤ ਮੁਸੋਲਿਨੀ ਵੀ ਸੇਮ ਸਿਸਟਮ ਰਿਹਾ ਗਾ ਇਟਲੀ ਦੇ ਵਿੱਚ। ਮੁਸੋਲਿਨੀ ਜਦੋਂ ਫਾਸੀਵਾਦ ਇਟਲੀ ਦੇ ਵਿੱਚ ਖੜਾ ਹੁੰਦਾ
1922 ਦੇ ਵਿੱਚ ਜਿਹੜੀ ਇੱਕ ਦਲੀ ਪ੍ਰਣਾਲੀ ਜਿਹੜੀ ਉੱਥੇ ਸ਼ੁਰੂ ਹੋ ਜਾਂਦੀ ਹੈ। ਫਿਰ ਉੱਥੇ ਇੱਕ ਦਲ ਦੀ ਜਿਹੜੀ ਸਰਕਾਰ ਹੈ ਉਹ ਚੱਲਦੀ ਹੈ। ਮੂਸੋਲਿਨੀ ਉਹਦਾ ਜਿਹੜਾ ਹੈੱਡ ਹੁੰਦਾ ਹੈ ਤੇ 1943 ਤੱਕ, ਜਦੋਂ ਤੱਕ ਇਟਲੀ ਢਹਿੰਦਾ ਨਹੀਂ ਹੈ, ਉਦੋਂ ਤੱਕ ਜਿਹੜੀ ਸਰਕਾਰ ਉਹ ਮੂਸੋਲਿਨੀ ਦੀ ਚੱਲਦੀ ਹੈ। ਉਦੋਂ ਤੱਕ ਕੋਈ ਹੋਰ ਪਾਰਟੀ ਅਲਾਉਡ ਨਹੀਂ ਸੀ। ਆਓ ਆਪਾਂ ਹੁਣ ਦੇਖਦੇ ਹਾਂ ਇੱਕ ਦਲੀ ਪ੍ਰਣਾਲੀ ਦੇ ਵਿੱਚ ਵਿਰੋਧੀ ਧਿਰ ਦੀ ਕੀ ਭੂਮਿਕਾ ਹੁੰਦੀ ਹੈ। ਇੱਕ ਦਲੀ ਪ੍ਰਣਾਲੀ ਦੇ ਵਿੱਚ ਜਿਹੜਾ ਲੋਕਤੰਤਰ ਹੈ ਉਹ ਚੱਲ ਹੀ ਨਹੀਂ ਸਕਦਾ। ਉਹਦਾ ਇੱਕ ਕਾਰਨ ਹੈ, ਕਿਉਂਕਿ ਇੱਕ ਦਲ ਦੁਆਰਾ ਸਾਰੇ ਫੈਸਲੇ ਲਏ ਜਾਂਦੇ ਨੇ ਬਿਨਾਂ ਕਿਸੇ ਰੋਕ ਟੋਕ ਜਾਂ ਸੰਵਾਦ ਦੇ। ਸੋ ਵਿਰੋਧੀ ਧਿਰ ਦੇ ਹੋਣ ਨਾਲ ਜਾਂ ਨਾ ਹੋਣ ਨਾਲ ਕੋਈ ਫਰਕ ਹੀ ਨਹੀਂ ਪੈਂਦਾ। ਪਿਆਰੇ ਵਿਦਿਆਰਥੀਓ, ਆਪਾਂ ਇੱਕ ਚੀਜ਼ ਸਮਝ ਸਕਦੇ ਹਾਂ ਕਿ ਜਦੋਂ ਇੱਕ ਧਿਰ ਨੂੰ ਹੀ ਫੈਸਲਾ ਕਰਨ ਦੀ ਆਗਿਆ ਹੈ, ਜਦੋਂ ਧਿਰ ਹੀ ਇੱਕ ਹੈ, ਉਹਦੇ ਸਾਹਮਣੇ ਕੋਈ ਵਿਰੋਧੀ ਧਿਰ ਹੀ ਨਹੀਂ ਹੈ, ਤਾਂ ਆਪਾਂ ਇਹ ਗੱਲ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਉਹੀ ਪਾਰਟੀ ਆਪਣੀ ਇਜਾਰੇਦਾਰੀ ਕਾਇਮ ਕਰੇਗੀ ਜਦੋਂ ਉਸ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਤੁਸੀਂ ਦੇਖਦੇ ਹੋ, ਤੁਸੀਂ ਨੇ ਬਹੁਤ ਵਾਰ ਅਸੈਂਬਲੀ ਦੇ ਵਿੱਚ, ਭਾਰਤ ਦੇ ਵਿੱਚ, ਸੰਸਦ ਦੇ ਵਿੱਚ ਬਹੁਤ ਸਾਰੀਆਂ ਬਹਿਸਾਂ ਦੇਖੀਆਂ ਹੋਣੀਆਂ। ਤਾਂ ਸੰਸਦ ਦੇ ਵਿੱਚ ਅਸੀਂ ਬਹਿਸਾਂ ਦੇ ਵਿੱਚ ਕੀ ਦੇਖਦੇ ਹਾਂ? ਸਰਕਾਰ ਵਾਲੇ ਨੁਮਾਇੰਦੇ ਬੋਲਦੇ ਨੇ, ਕੋਈ ਆਪਣੀ ਨਵੀਂ ਸਕੀਮ ਲੈ ਕੇ ਆਏ ਨੇ, ਕੋਈ ਆਪਣਾ ਕਾਨੂੰਨ ਲੈ ਕੇ ਆਏ ਨੇ, ਕੋਈ ਕੁਛ ਵੀ ਨਵਾਂ ਬਿੱਲ ਲੈ ਕੇ ਆਏ ਨੇ। ਉਹਨਾਂ ਬਿੱਲਾਂ ਦੇ ਖਿਲਾਫ ਫਿਰ ਜਿਹੜੇ ਬਾਕੀ ਲੈਜਿਸਲੇਚਰ ਨੇ, ਵਿਰੋਧੀ ਧਿਰ ਦੇ ਨੇ, ਉਹ ਬੋਲਦੇ ਨੇ, ਉਹ ਵਿਰੋਧ ਕਰਦੇ ਨੇ, ਉਹ ਸਵਾਲ ਪੁੱਛਦੇ ਨੇ। ਸਵਾਲ ਪੁੱਛਣ ਨਾਲ ਕੀ ਹੋ ਜਾਂਦਾ ਹੈ ਵੀ ਜਿਹੜੀ ਸਰਕਾਰ ਹੈ ਉਹਦੇ ਉੱਤੇ ਇੱਕ ਚੈੱਕ ਲੱਗ ਜਾਂਦਾ ਹੈ। ਚੈੱਕ ਦਾ ਮਤਲਬ ਉਹਨੂੰ ਪੁੱਛਣ ਦੱਸਣ ਵਾਲਾ ਕੋਈ ਹੁੰਦਾ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਜਦੋਂ ਸਰਕਾਰ ਨੇ ਮਨ 'ਚ ਆਇਆ ਲਾਗੂ ਕਰਤਾ, ਕੱਲ੍ਹ ਨੂੰ ਸਰਕਾਰ ਦੇ ਮਨ 'ਚ ਆਇਆ ਸੰਵਿਧਾਨ ਚੇਂਜ ਕਰਤਾ, ਇੱਕ ਪਾਰਟੀ ਦੇ ਮਨ ਜੋ ਆਇਆ ਖਤਮ ਕਰਤਾ। ਨਹੀਂ, ਵਿਰੋਧੀ ਧਿਰ ਉਸ ਨੂੰ ਪੂਰੇ ਜਿਹੜਾ ਸੰਵਿਧਾਨਕ ਏਜੰਡਾ ਉਹਦੇ ਉੱਤੇ ਲੈ ਕੇ ਆਉਂਦਾ ਹੈ, ਉਹਨੂੰ ਸਵਾਲ ਪੁੱਛਦਾ ਕਿ ਆਹ ਕਿਉਂ ਨਹੀਂ ਕੀਤਾ, ਆਹ ਕਿਉਂ ਨਹੀਂ ਕੀਤਾ। ਇਸ ਕਰਕੇ ਵਿਰੋਧੀ ਧਿਰ ਦੀ ਜਿਹੜੀ ਬਹੁਤ ਵੱਡੀ ਭੂਮਿਕਾ ਹੁੰਦੀ ਹੈਗੀ। ਇੱਕ ਦਲ ਪ੍ਰਣਾਲੀ ਦੇ ਵਿੱਚ ਵਿਰੋਧੀ ਧਿਰ ਆ ਜਿਹੜਾ ਉਹ ਨਾ ਮਾਤਰ ਹੀ ਹੁੰਦਾ। ਜੇ ਹੋਊਗਾ ਵੀ ਤਾਂ ਇਹ ਹੋ ਸਕਦਾ ਵੀ ਪਾਰਟੀ ਇੱਕੋ ਆ, ਉਹਦੇ ਵਿੱਚ ਧੜੇ ਹੋ ਸਕਦੇ ਨੇ। ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਅੱਜ ਕੱਲ੍ਹ ਪਾਰਟੀਆਂ ਨੇ, ਪਾਰਟੀਆਂ ਦੇ ਵਿੱਚ ਧੜੇ ਬਣੇ ਹੋਏ ਨੇਗੇ। ਆਪਾਂ ਕਿਸੇ ਵੀ ਪਾਰਟੀ ਨੂੰ ਦੇਖ ਸਕਦੇ ਹਾਂਗੇ, ਮੰਨ ਲਓ ਚਾਹੇ ਆਪਾਂ ਕਾਂਗਰਸ ਕਹਿ ਸਕਦੇ ਹਾਂਗੇ, ਕਾਂਗਰਸ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਜਾਂ ਕੈਪਟਨ ਅਮਰਿੰਦਰ ਸਿੰਘ ਦਾ ਧੜਾ, ਇਸ ਤਰ੍ਹਾਂ ਦੇ ਧੜੇ ਬਣੇ ਹੋਏ ਨੇ। ਸੋ ਲੋਕਤੰਤਰ ਦੇ ਵਿੱਚ ਜਿਹੜਾ ਚੱਲਣਾ ਔਖਾ ਗਾ, ਕਿਉਂਕਿ ਇੱਕ ਦਲ ਦੇ ਵਿੱਚ ਕਿਸੇ ਨੂੰ ਵੀ ਕਿਸੇ ਹੋਰ ਨੂੰ ਆਪਦੀ ਗੱਲ ਕਹਿਣ ਦੀ ਆਗਿਆ ਨਹੀਂ ਹੁੰਦੀ, ਕਿਸੇ ਨੂੰ ਵੀ ਸਰਕਾਰ ਖਿਲਾਫ ਜਾਂ ਸਰਕਾਰ ਦਾ ਵਿਰੋਧ ਕਰਨ ਦੀ ਆਗਿਆ ਨਹੀਂ ਹੁੰਦੀ। ਜੇ ਹੁੰਦੀ ਵੀ ਆ ਤਾਂ ਉਹ ਬਹੁਤ ਸੀਮਿਤ ਪੱਧਰ ਤੱਕ ਹੁੰਦੀ ਹੈ। ਦੂਜਾ ਨਾਲ ਹੀ ਇਹ ਹੈ ਵੀ ਚਲੋ ਮੰਨ ਲੈਂਦੇ ਹਾਂ ਕਿ ਆਗਿਆ ਹੈ, ਪਰ ਜੇ ਆਗਿਆ ਹੈ ਤਾਂ ਵਿਰੋਧ ਕਿੱਥੇ ਤੱਕ ਕੀਤਾ ਜਾ ਸਕਦਾ ਹੈ? ਕਿਉਂਕਿ ਪਾਰਟੀ ਇੱਕੋ ਹੈ ਤੇ ਪਾਰਟੀ ਨੂੰ ਬਦਲਿਆ ਤਾਂ ਨਹੀਂ ਜਾ ਸਕਦਾ। ਜਦੋਂ ਕੋਈ ਇੱਕ ਪਾਰਟੀ ਦਾ ਅਲਟਰਨੇਟਿਵ ਹੀ ਨਹੀਂ ਹੈ, ਅਲਟਰਨੇਟਿਵ ਦੀ ਆਗਿਆ ਹੀ ਨਹੀਂ ਹੈ, ਇੱਕ ਪਾਰਟੀ ਨੂੰ ਬਦਲਿਆ ਨਹੀਂ ਜਾ ਸਕਦਾ। ਭਾਵ ਕਿ ਤੁਸੀਂ ਵਿਰੋਧ ਕਰ ਸਕਦੇ ਹੋ, ਦੁਬਾਰਾ ਫਿਰ ਸਰਕਾਰ ਪਾਸ ਉਹੀ ਚੀਜ਼ ਕਰੇਗੀ, ਉਹੀ ਸਰਕਾਰ ਮਤਲਬ ਜਿਹੜੀ ਉਹੀ ਪਾਰਟੀ ਆ ਉਹ ਸਰਕਾਰ ਦੇ ਵਿੱਚ ਰਹੇਗੀ, ਕਿਉਂਕਿ ਜਿਹੜਾ ਜਿੱਥੇ ਪਾਰਟੀ ਇੱਕ ਆ ਉੱਥੇ ਕੋਈ ਵੀ ਅਲਟਰਨੇਟਿਵ ਕਿਸੇ ਹੋਰ ਪਾਰਟੀ ਦਾ ਨਹੀਂ ਬਚਦਾ। ਦੂਜਾ ਆਪਾਂ ਕਹਿ ਸਕਦੇ ਹਾਂ ਘੱਟ ਗਿਣਤੀਆਂ ਦੀਆਂ ਮੰਗਾਂ, ਰਾਏ ਆਦਿ ਬਹੁ ਗਿਣਤੀ ਦੁਆਰਾ ਇੱਕ ਪਾਰਟੀ ਦੇ ਬਹੁਮਤ ਹੇਠਾਂ ਦੱਬ ਦਿੱਤੇ ਜਾਂਦੇ ਹਨ। ਵਿਰੋਧੀ ਰਾਏ ਅਤੇ ਵਿਰੋਧੀ ਧਿਰ ਕੁਝ ਨਹੀਂ ਕਰ ਸਕਦੇ। ਇੱਕ ਦੇਸ਼ ਹੈ, ਹਰੇਕ ਦੇਸ਼ ਦੇ ਵਿੱਚ ਆਪਾਂ ਦੇਖਦੇ ਹਾਂ ਵੱਖ-ਵੱਖ ਧਰਮਾਂ ਦੇ, ਵੱਖ-ਵੱਖ ਜਾਤਾਂ ਦੇ, ਜਿਵੇਂ ਭਾਰਤ ਆਪਾਂ ਕਹਿ ਸਕਦੇ ਹਾਂ, ਵੱਖ-ਵੱਖ ਧਰਮਾਂ ਦੇ ਲੋਕ ਇੱਥੇ ਰਹਿੰਦੇ ਨੇ, ਵੱਖ-ਵੱਖ ਜਾਤਾਂ ਦੇ ਲੋਕ ਇੱਥੇ ਰਹਿੰਦੇ ਨੇ, ਵੱਖ-ਵੱਖ ਸੱਭਿਆਚਾਰਾਂ ਦੇ ਲੋਕ ਇੱਥੇ ਰਹਿੰਦੇ ਨੇ। ਤਾਂ ਜਿਹੜੀ ਸੰਸਦ ਦੇ ਵਿੱਚ ਸਮੂਲੀਅਤ ਆ, ਭਾਰਤ ਦੇ ਸੰਵਿਧਾਨ ਨੇ ਇੰਨੇ ਸੋਹਣੇ ਤਰੀਕੇ ਨਾਲ ਕੀਤੀ ਹੋਈ ਹੈ ਕਿ ਵੱਖ-ਵੱਖ ਧਰਮਾਂ, ਵੱਖ-ਵੱਖ ਜਾਤਾਂ ਦੇ ਲੋਕਾਂ ਨੂੰ, ਜਿਹੜੇ ਲੋਕ ਪਿੱਛੇ ਨੇ, ਜਿਹੜੇ ਭਾਗ ਨਹੀਂ ਲੈ ਸਕਦੇ, ਸਰਕਾਰੀ ਜਿਹੜੀ ਮਸ਼ੀਨਰੀ ਹੈ ਉਹਦੇ ਵਿੱਚ ਨਹੀਂ ਆ ਸਕਦੇ, ਲੈਜਿਸਲੇਚਰ ਦਾ ਹਿੱਸਾ ਨਹੀਂ ਬਣ ਸਕਦੇ, ਤਾਂ ਉਹਨਾਂ ਨੂੰ ਕੋਟਾ ਦਿੱਤਾ ਗਿਆ, ਰਿਜ਼ਰਵੇਸ਼ਨ ਦਿੱਤੀ ਗਈ ਹੈ ਕਿ ਉਹ ਭਾਗ ਲੈ ਸਕਣ। ਐਂਗਲੋ ਇੰਡੀਅਨ ਕਮਿਊਨਿਟੀ ਹੈ ਇੱਕ, ਉਹ ਨਹੀਂ ਲੈ ਸਕਦੇ, ਤਾਂ ਉਹਨਾਂ ਦੇ ਰਾਸ਼ਟਰਪਤੀ ਵੱਲੋਂ ਨਾਮਜ਼ਦ ਕੀਤੇ ਜਾਂਦੇ ਨੇ 2 ਮੈਂਬਰ। SC ਹੈ, ST ਆ, ਉਹਨਾਂ ਨੂੰ ਜਿਹੜੇ ਰਿਜ਼ਰਵੇਸ਼ਨ ਦਿੱਤੀ ਗਈ ਹੈ। ਇਹਦਾ ਪੂਰੇ ਦਾ ਮਤਲਬ ਕੀ ਹੈ ਕਿ ਜਿਹੜੀ ਘੱਟ ਗਿਣਤੀਆਂ ਨੇ ਦੇਸ਼ ਦੇ ਵਿੱਚ, ਉਹਨਾਂ ਦੀ ਗੱਲ ਵੀ ਪੂਰੀ ਸੁਣੀ ਜਾ ਸਕੇ, ਕਿਉਂਕਿ ਜਿਸ ਦੇਸ਼ ਦੇ ਵਿੱਚ ਜੋ ਵੀ ਬਹੁਮਤ ਕੋਈ ਧਰਮ ਹੈ, ਕੋਈ ਭਾਸ਼ਾ ਦੇ ਲੋਕ ਨੇ, ਬਹੁਮਤ ਹੈ, ਤਾਂ
ਉਸ ਦੇਸ਼ ਦੇ ਲੋਕ ਜਿਹੜਾ ਆਪਣਾ ਜਿੰਨੇ ਵੀ ਦੇਸ਼ ਦੇ ਕਾਨੂੰਨ ਨੇ, ਜਿੰਨੇ ਵੀ ਦੇਸ਼ ਦੇ ਬਿੱਲ ਨੇ, ਉਹ ਸਾਰੇ ਆਪਣੇ ਪੱਖ ਵਿੱਚ ਭੁਗਤਾਉਣ ਦੀ ਕੋਸ਼ਿਸ਼ ਕਰਦੇ ਨੇ। ਉਹ ਕੁਦਰਤੀ ਵੀ ਹੈ ਕਿਉਂਕਿ ਅਫਸਰਸ਼ਾਹੀ ਵੀ ਫਿਰ ਉਹਨਾਂ ਬਹੁਮਤ ਵਾਲਿਆਂ ਦੀ ਹੋ ਗਈ, ਉੱਥੋਂ ਦਾ ਮੀਡੀਆ ਵੀ ਉਹਨਾਂ ਬਹੁਮਤ ਦਾ ਹੋ ਜਾਂਦਾ ਹੈ, ਉੱਥੋਂ ਦੇ ਜਿੰਨਾ ਵੀ ਟੋਟਲ ਸਿਸਟਮ ਆ ਸਰਕਾਰ ਦਾ ਉਹ ਉਸ ਬਹੁਮਤ ਦਾ ਹੋ ਜਾਂਦਾ ਹੈ। ਇਸ ਕਰਕੇ ਜਿਹੜਾ ਸਰਕਾਰ ਦਾ ਝੁਕਾਅ ਹੈਗਾ ਉਹ ਬਹੁਮਤ ਵੱਲ ਹੀ ਰਹਿੰਦਾ ਹੈ। ਤੇ ਜਿੱਥੇ ਇੱਕ ਪਾਰਟੀ ਸਿਸਟਮ ਹੈ ਉੱਥੇ ਇਹ ਬਹੁਮਤ ਵਾਲਾ ਜਿਹੜਾ ਉਹ ਬਹੁਤ ਔਖਾ ਕੰਮ ਹੈ। ਉੱਥੇ ਜਿਹੜੀ ਵਿਰੋਧੀ ਧਿਰ ਦੀ ਭੂਮਿਕਾ ਗਈ ਉੱਥੇ ਉਹ ਬਹੁਤ ਔਖਾ ਕੰਮ ਹੈ, ਕਿਉਂਕਿ ਮੰਨ ਲਓ ਕੋਈ ਦੇਸ਼ ਹੈਗਾ ਉਹਦੇ ਵਿੱਚ ਇੱਕ ਪਾਰਟੀ ਸਿਸਟਮ ਹੈਗਾ, ਤਾਂ ਉੱਥੇ ਬਹੁਮਤ ਦੇ ਆਧਾਰ ਦੇ ਉੱਤੇ ਉਹ ਪਾਰਟੀ ਜਿਹੜੀ ਉਹ ਜਿੱਤੀ ਹੋਈ ਹੈ, ਜਿੱਤਣੀ ਹੈ, ਕਿਉਂਕਿ ਕੋਈ ਹੋਰ ਪਾਰਟੀ ਉਹਦੇ ਖਿਲਾਫ ਚੋਣ ਨਹੀਂ ਲੜ ਸਕਦੀ। ਤੇ ਜਿਹੜੇ ਉੱਥੋਂ ਦੇ ਘੱਟ ਗਿਣਤੀਆਂ ਨੇ ਜਾਂ ਉੱਥੋਂ ਦੇ ਜਿਹੜੇ ਦਬੇ ਕੁਚਲੇ ਲੋਕ ਨੇ ਉਹਨਾਂ ਦੀ ਆਵਾਜ਼ ਕੌਣ ਬਣੇਗਾ, ਕਿਉਂਕਿ ਵਿਰੋਧੀ ਧਿਰ ਜਿਹੜੀ ਉਹ ਸੰਸਦ ਦੇ ਵਿੱਚ ਲਾ ਲਓ, ਅਸੈਂਬਲੀ ਦੇ ਵਿੱਚ ਲਾ ਲਓ, ਜਿਹੜੀ ਵਿਰੋਧ ਕਰੇਗੀ, ਵਿਰੋਧ ਤਾਂ ਕਰੇਗੀ ਜੇ ਵਿਰੋਧੀ ਧਿਰ ਹੋਵੇਗੀ, ਜਾਂ ਵਿਰੋਧੀ ਧਿਰ ਇਸ ਗੱਲ ਦੇ ਉੱਤੇ ਵਿਰੋਧ ਕਰ ਸਕਦੀ ਹੈ ਵੀ ਤੁਸੀਂ ਇਸ ਪਾਰਟੀ ਨੂੰ ਨੀਚੇ ਲਾਓ, ਅਸੀਂ ਰਾਜ ਕਰਾਂਗੇ ਤਾਂ ਇਹ ਸਾਰੇ ਜਿਹੜੇ ਫੈਸਲੇ ਇਹਨਾਂ ਨੂੰ ਰੱਦ ਕਰਾਂਗੇ, ਅਸੀਂ ਇਹ ਤੋਂ ਵਧੀਆ ਰਾਜ ਭਾਗ ਦੇਵਾਂਗੇ। ਪਰ ਕਿਵੇਂ? ਕਿਉਂਕਿ ਉਸ ਰਾਜ ਭਾਗ ਦੇ ਵਿੱਚ ਇਹ ਆਗਿਆ ਹੀ ਨਹੀਂ ਹੈ। ਸੋ ਘੱਟ ਗਿਣਤੀਆਂ ਦੀਆਂ ਮੰਗਾਂ ਜਿਹੜੀਆਂ ਹੁੰਦੀਆਂ ਨੇ ਜਾਂ ਉਹਨਾਂ ਦੀ ਰਾਏ ਹੁੰਦੀ ਹੈ ਕਿਸੇ ਕਾਨੂੰਨ ਪ੍ਰਤੀ, ਬਿੱਲ ਪ੍ਰਤੀ, ਬਹੁ ਗਿਣਤੀ ਤੇ ਪਾਰਟੀ ਦੇ ਬਹੁਮਤ ਹੇਠਾਂ ਦਬ ਜਾਂਦੀ ਹੈ, ਉਹਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ। ਵਿਰੋਧੀ ਰਾਏ ਅਤੇ ਵਿਰੋਧੀ ਧਿਰ ਕੁਝ ਨਹੀਂ ਕਰ ਸਕਦੇ। ਸੋ ਵਿਰੋਧੀ ਧਿਰ ਤੇ ਵਿਰੋਧੀ ਰਾਏ ਇੱਕ ਬਸ ਵਿਰੋਧੀ ਧਿਰ ਨਾਮ ਤੇ ਸ਼ਬਦ ਬਣ ਕੇ ਰਹਿ ਜਾਂਦਾ, ਇਸ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਕੀਤਾ ਜਾ ਸਕਦਾ। ਵਿਅਕਤੀਗਤ ਆਜ਼ਾਦੀ ਅਤੇ ਅਧਿਕਾਰ ਪਾਰਟੀ ਦੇ ਹੁਕਮਾਂ ਅਨੁਸਾਰ ਹੁੰਦੇ ਹਨ। ਇੱਕ ਵਿਰੋਧੀ ਧਿਰ ਦੀ ਭੂਮਿਕਾ ਦੇ ਵਿੱਚ ਇੱਕ ਇਹ ਵੀ ਵੱਡੀ ਗੱਲ ਹੈ, ਜੇ ਆਪਾਂ ਕਹੀਏ ਇੱਕ ਦਲ ਪ੍ਰਣਾਲੀ ਦੇ ਵਿੱਚ ਵੀ ਜਿਹੜੀ ਵਿਅਕਤੀਗਤ ਆਜ਼ਾਦੀ ਹੁੰਦੀ ਹੈ ਉੱਥੇ ਉਹ ਨਹੀਂ ਹੁੰਦੀ, ਤੇ ਜਿਹੜੇ ਵਿਅਕਤੀਗਤ ਅਧਿਕਾਰ ਨੇ ਉਹ ਨਹੀਂ ਹੁੰਦੇ। ਦੇਸ਼ ਨੂੰ ਮੁੱਖ ਰੱਖਿਆ ਜਾਂਦਾ ਹੈ, ਪਾਰਟੀ ਨੂੰ ਮੁੱਖ ਰੱਖਿਆ ਜਾਂਦਾ ਹੈ। ਸੋ ਪਾਰਟੀ ਨੇ ਜੋ ਫੈਸਲਾ ਲਿਆ ਉਹਦੇ ਖਿਲਾਫ ਕੋਈ ਵੀ ਗੱਲ ਨਹੀਂ ਕੀਤੀ ਜਾ ਸਕਦੀ, ਉਹਦਾ ਕੋਈ ਵੀ ਵਿਰੋਧ ਨਹੀਂ ਕੀਤਾ ਜਾ ਸਕਦਾ। ਸੋ ਇਹ ਵਿਅਕਤੀਗਤ ਆਜ਼ਾਦੀ ਤੇ ਵਿਅਕਤੀਗਤ ਜਿਹੜੇ ਅਧਿਕਾਰ ਨੇ ਉਹ ਪਾਰਟੀ ਦੇ ਹੁਕਮਾਂ ਅਨੁਸਾਰ ਹੀ ਹੁੰਦੇ ਨੇ। ਜਿਵੇਂ ਪਾਰਟੀ ਨੇ ਹੁਕਮ ਦੇ ਦਿੱਤਾ ਉਸੇ ਤਰ੍ਹਾਂ ਹੀ ਸਰਕਾਰ ਚੱਲੇਗੀ। ਸੋ ਕੋਈ ਹੋਰ ਪਾਰਟੀ ਨਹੀਂ ਹੈ, ਇਸ ਦੇ ਵਿੱਚ ਵਿਰੋਧੀ ਧਿਰ ਹੈ ਜਿਹੜਾ ਉਹ ਕੁਝ ਵੀ ਨਹੀਂ ਕਰ ਸਕਦਾ। ਅਗਲਾ ਗਾ, ਲੋਕਾਂ ਕੋਲ ਉਸ ਪਾਰਟੀ ਨੂੰ ਵੋਟ ਪਾਉਣ ਤੋਂ ਇਲਾਵਾ ਹੋਰ ਕੋਈ ਆਪਸ਼ਨ ਨਹੀਂ ਹੁੰਦਾ। ਸੋ ਵਿਰੋਧੀ ਧਿਰ ਵੋਟਾਂ ਤੋਂ ਬਿਨਾਂ ਸੱਤਾ ਵਿੱਚ ਨਹੀਂ ਆ ਸਕਦੀ। ਬਹੁਤ ਵੱਡਾ ਸਵਾਲ ਹੈ। ਆਪਾਂ ਇੱਕ ਗੱਲ ਕਹਿ ਸਕਦੇ ਹਾਂ ਕਿ ਜਿਹੜੀ ਲੋਕਾਂ ਦੇ ਕੋਲ ਇੱਕ ਪਾਰਟੀ ਇੱਕ ਹੈ, ਉਸੇ ਦੇ ਉਹਨਾਂ ਨੇ ਪ੍ਰੋਗਰਾਮ ਸੁਣੇ ਨੇ, ਉਸੇ ਦੇ ਮੈਨੀਫੈਸਟੋ ਪੜ੍ਹਿਆ, ਸਾਰਾ ਕੁਝ ਉਸੇ ਦੇ ਹੀ ਸੁਣਿਆ। ਸੱਤਾ ਦੇ ਵਿੱਚ ਦੂਸਰੀ ਪਾਰਟੀ ਨਹੀਂ ਆ ਸਕਦੀ ਕਿਉਂਕਿ ਪਾਰਟੀ ਇੱਕੋ ਹੀ ਆ, ਇੱਕ ਦਲ ਪ੍ਰਣਾਲੀ ਹੈ। ਇਸ ਕਰਕੇ ਲੋਕਾਂ ਦੇ ਕੋਲੇ ਜਿਹੜੀ ਆਪਸ਼ਨ ਹੈ ਕਿਸੇ ਹੋਰ ਨੂੰ ਚੁਣਨ ਦੀ ਉਹ ਵੀ ਖਤਮ ਹੋ ਜਾਂਦੀ ਹੈ। ਮੈਂ ਪਹਿਲਾਂ ਦੱਸਿਆ ਕਿ ਇਹਦੇ ਵਿੱਚ ਇਹ ਹੋ ਸਕਦਾ ਵੀ ਇੱਕ ਪਾਰਟੀ ਦੇ ਵਿੱਚੋਂ ਹੀ ਦੋ ਧੜਿਆਂ ਦੇ ਵਿੱਚੋਂ ਕਿਸੇ ਇਨਸਾਨ ਨੂੰ ਤੁਸੀਂ ਚੁਣ ਸਕਦੇ ਹੋ। ਇਹ ਨਹੀਂ ਹੋ ਸਕਦਾ ਕਿ ਤੁਸੀਂ ਵੱਖਰੀ ਪਾਰਟੀ ਦੇ ਵਿੱਚ ਕੋਈ ਇਨਸਾਨ ਆ ਜਿਹੜਾ ਉਹਨੂੰ ਚੁਣ ਸਕਦੇ ਹੋ। ਸੋ ਲੋਕਾਂ ਦੀ ਜਿਹੜੀ ਚੁਆਇਸ ਹੈ, ਲੋਕਾਂ ਦੇ ਜਿਹੜੇ ਆਪਸ਼ਨ ਨੇ ਉਹ ਬਹੁਤ ਸੀਮਿਤ ਨੇ। ਤੁਸੀਂ ਇੱਕ ਪਾਰਟੀ ਆ, ਵੋਟ ਪਾਉਣਾ ਨਾ ਪਾਉਣਾ ਇੱਕ ਬਰਾਬਰ ਹੈ, ਕਿਉਂਕਿ ਤੁਸੀਂ ਨੇ ਉਹਨਾਂ ਨੂੰ ਹੀ ਚੁਣਨਾ, ਉਸੇ ਪਾਰਟੀ ਨੂੰ ਚੁਣਨਾ। ਉਸੇ ਨੇ ਤੁਸੀਂ ਨੇ ਨਾ ਕਿਸੇ ਹੋਰ ਪਾਰਟੀ ਦਾ ਪ੍ਰਚਾਰ ਸੁਣਿਆ, ਨਾ ਕਿਸੇ ਹੋਰ ਪਾਰਟੀ ਦੀ ਕੋਈ ਦਲੀਲ ਸੁਣੀ ਹੈ, ਨਾ ਕਿਸੇ ਹੋਰ ਪਾਰਟੀ ਦਾ ਤੁਸੀਂ ਨੇ ਮੈਨੀਫੈਸਟੋ ਪੜ੍ਹਿਆ। ਸੋ ਇੱਕੋ ਹੀ ਤੁਹਾਡੇ ਸਾਹਮਣੇ ਜਿਹੜਾ ਆਪਸ਼ਨ ਹੈ, ਉਸੇ ਆਪਸ਼ਨ ਦੇ ਉੱਤੇ ਲੋਕਾਂ ਦਾ ਜਿਹੜਾ ਆਪਸ਼ਨ ਲੈਵਲ ਹੈ, ਲੋਕਾਂ ਦਾ ਜਿਹੜਾ ਚੁਆਇਸ ਲੈਵਲ ਹੈ ਉਹ ਵੀ ਛੋਟਾ ਹੋ ਜਾਂਦਾ ਹੈ। ਅਗਲਾ ਗਾ, ਦੇਸ਼ ਦੇ ਲੋਕ ਸੰਪਰਕ ਅਤੇ ਸੰਚਾਰ ਦੇ ਸਾਧਨਾਂ ਉੱਪਰ ਇੱਕ ਪਾਰਟੀ ਤੇ ਸਰਕਾਰ ਦਾ ਕਬਜ਼ਾ ਤੇ ਪ੍ਰਭਾਵ ਇੰਨਾ ਵੱਧ ਜਾਂਦਾ ਹੈ ਕਿ ਵਿਰੋਧੀ ਧਿਰ ਦੀ ਹੋਂਦ ਹੀ ਖਤਮ ਹੋ ਜਾਂਦੀ ਹੈ। ਇਹ ਵੀ ਆਪਾਂ ਸਮਝ ਸਕਦੇ ਹਾਂ ਕਿ ਜਦੋਂ ਇੱਕ ਪਾਰਟੀ, ਇਹ ਪੂਰੇ ਜਿੰਨੇ ਵੀ ਦੇਸ਼ਾਂ ਦੇ ਵਿੱਚ ਇੱਕ ਪਾਰਟੀ ਰਹੀ ਹੈ ਜਾਂ ਇੱਕ ਪਾਰਟੀ ਦੀ ਅਜਾਰੇਦਾਰੀ ਰਹੀ ਹੈ, ਉੱਥੇ ਇਹ ਹੋਇਆ ਕਿ ਉਹਨਾਂ ਦੇਸ਼ਾਂ ਦੇ ਵਿੱਚ ਜਿਹੜਾ ਲੋਕਾਂ ਦੇ ਵਿੱਚ ਸੰਪਰਕ ਸਾਧਨ ਵਾਸਤੇ ਜਿਵੇਂ ਮੀਡੀਆ, ਫੇਸਬੁੱਕ ਹੈ, ਵਟਸਐਪ ਹੈ, ਈਮੇਲ ਹੈ, ਨਿਊਜ਼ ਚੈਨਲ ਨੇ, ਅਖਬਾਰ ਨੇ,
ਇਹ ਸਾਰਾ ਕੁਝ ਲੋਕਾਂ ਤੇ ਸਰਕਾਰ ਦੇ ਵਿਚਕਾਰ ਇਹ ਵੀ ਕੜੀ ਦਾ ਕੰਮ ਕਰਦਾ ਹੈ, ਇੱਕ ਪ੍ਰਚਾਰ ਦਾ ਇੱਕ ਸਾਧਨ ਬਣਦਾ ਹੈ। ਲੋਕ ਸਰਕਾਰ ਦੀ ਗੱਲ ਲੋਕਾਂ ਤੱਕ ਜਾਂ ਤਾਂ ਪੋਲੀਟੀਕਲ ਪਾਰਟੀਆਂ ਨੇ ਲੈ ਕੇ ਜਾਣੀ ਆ ਜਾਂ ਸੰਚਾਰ ਦੇ ਇਹਨਾਂ ਸਾਧਨਾਂ ਨੇ ਲੈ ਕੇ ਜਾਣੀ ਆ। ਸੋ ਲੋਕਾਂ ਦੀ ਗੱਲ ਸਰਕਾਰ ਤੱਕ ਇਹਨਾਂ ਦੇ ਸੰਚਾਰ ਦੇ ਸਾਧਨਾਂ ਨੇ ਲੈ ਕੇ ਜਾਣੀ ਹੈ। ਪਰੰਤੂ ਹੁੰਦਾ ਕੀ ਆ, ਜਦੋਂ ਇੱਕ ਪਾਰਟੀ ਦੀ ਸਰਕਾਰ ਹੁੰਦੀ ਹੈ, ਉਹਦੀ ਅਜਾਰੇਦਾਰੀ ਹੈ ਜਿਹੜੀ ਉਹ ਕਾਇਮ ਹੋ ਜਾਂਦੀ ਹੈ, ਤਾਂ ਉਹਦੇ ਵਿੱਚ ਇੱਕ ਵੱਡੀ ਦਿੱਕਤ ਇਹ ਆਉਂਦੀ ਹੈ ਕਿ ਜਿਹੜੀ ਇਹ ਜਿੰਨੇ ਵੀ ਸੰਚਾਰ ਦੇ ਸਾਧਨ ਨੇ ਉਹਨਾਂ ਨੂੰ ਰੈਗੂਲੇਟ ਕਰ ਲਿਆ ਜਾਂਦਾ ਹੈ। ਰੈਗੂਲੇਟ ਅਕੋਰਡਿੰਗ ਟੂ ਦਾ ਪਾਰਟੀ ਦੇ ਅਨੁਸਾਰ ਜਾਂ ਆਪਣੀ ਸਰਕਾਰ ਦੇ ਅਨੁਸਾਰ, ਆਪਣੀ ਸੁਵਿਧਾ ਦੇ ਅਨੁਸਾਰ ਜਿਹੜਾ ਉਹ ਢਾਲ ਲਿਆ ਜਾਂਦਾ ਹੈ। ਜਿਵੇਂ ਬਹੁਤ ਸਾਰੀਆਂ ਖਬਰਾਂ ਤੁਸੀਂ ਨੇ ਫੋਨ ਟੇਪ ਦੀਆਂ ਸੁਣੀਆਂ ਹੋਣੀਆਂ ਵੀ ਵਿਰੋਧੀ ਧਿਰ ਦੇ ਨੇਤਾਵਾਂ ਦੇ ਜਿਹੜੇ ਫੋਨ ਟੇਪ ਕੀਤੇ ਜਾਂਦੇ ਨੇ ਸਰਕਾਰ ਦੁਆਰਾ, ਜਾਂ ਬਹੁਤ ਸਾਰੀਆਂ ਐਵੇਂ ਦੀਆਂ ਗੱਲਾਂ ਸੁਣੀਆਂ ਹੋਣੀਆਂ ਕਿ ਬਹੁਤ ਸਾਰੇ ਐਕਸ਼ਨ ਨੇ ਜਿਹੜੇ ਇਹ ਸੋਸ਼ਲ ਮੀਡੀਆ ਦੇ ਜਿਹੜੀਆਂ ਸੋਸ਼ਲ ਮੀਡੀਆ ਗਾ ਉਹ ਸਰਕਾਰ ਦੇ ਕਹਿਣ 'ਤੇ ਤਾਂ ਲੈ ਲੈਂਦਾ ਹੈ, ਪਰ ਵਿਰੋਧੀ ਧਿਰਾਂ ਦੇ ਵਿਰੋਧ ਦੇ ਉੱਤੇ ਇਹ ਉਹ ਐਕਸ਼ਨ ਜਿਹੜਾ ਉਹ ਨਹੀਂ ਲੈਂਦਾ। ਵਿਰੋਧੀ ਧਿਰ ਦੀ ਭੂਮਿਕਾ ਉੱਥੇ ਵੀ ਕਟਹਿਰੇ ਦੇ ਵਿੱਚ ਖੜੀ ਹੋ ਜਾਂਦੀ ਹੈ, ਕਿਉਂਕਿ ਸੋਸ਼ਲ ਮੀਡੀਆ ਜੋ ਕਿ ਅੱਜ ਦੇ ਸਮੇਂ ਦਾ ਇੱਕ ਬਹੁਤ ਵੱਡਾ ਪਲੇਟਫਾਰਮ ਹੈ, ਉੱਥੇ ਵੀ ਸਰਕਾਰ ਆ ਜਿਹੜਾ ਪੂਰਾ ਟੋਟਲ ਸਿਨੈਰੀਓ ਆ ਉਹਨੂੰ ਆਪਦੇ ਕੰਟਰੋਲ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਦੀ ਹੈ, ਜਿਹਦੇ ਕਰਕੇ ਲੋਕਾਂ ਦਾ ਜਿਹੜਾ ਬਿਹੇਵੀਅਰ ਆ ਉਹ ਚੇਂਜ ਹੁੰਦਾ ਹੈ। ਤਾਨਾਸ਼ਾਹੀ ਵਾਲੇ ਦੇਸ਼ਾਂ ਵਿੱਚ ਵਿਰੋਧੀਆਂ ਦਾ ਕਤਲੇਆਮ ਕਰਵਾਉਣਾ ਆਮ ਗੱਲ ਹੈ। ਜਰਮਨੀ ਵਿੱਚ ਹਿਟਲਰ, ਇਟਲੀ ਵਿੱਚ ਮੂਸੋਲਿਨੀ ਆਦਿ। ਇਹ ਗੱਲ ਬਹੁਤ ਵੱਡੀ ਹੈ। ਜਦੋਂ ਹਿਟਲਰ ਜਰਮਨੀ ਦੇ ਵਿੱਚ ਰਾਜ ਕਰਦਾ ਹੈ ਤਾਂ ਨਾਜ਼ੀ ਪਾਰਟੀ ਦੁਆਰਾ ਇੱਕ ਫੈਸਲਾ, ਇੱਕ ਪੂਰੀ ਪਲੈਨਿੰਗ ਘੜੀ ਜਾਂਦੀ ਹੈ ਕਿ ਕਿਵੇਂ ਯਹੂਦੀਆਂ ਦਾ ਕਤਲੇਆਮ ਕੀਤਾ ਜਾਵੇ। ਉਸੇ ਤਰ੍ਹਾਂ ਹੀ ਮੂਸੋਲਿਨੀ ਦੁਆਰਾ ਇਟਲੀ ਦੇ ਵਿੱਚ ਵੀ ਆਪਣੇ ਵਿਰੋਧੀਆਂ ਦਾ ਕਤਲੇਆਮ ਕੀਤਾ ਜਾਂਦਾ। ਇੱਕ ਪਾਰਟੀ ਦੀ ਜਿੱਥੇ ਸਰਕਾਰ ਹੋਵੇ, ਇੱਕ ਵਿਚਾਰਧਾਰਾ ਜਿੱਥੇ ਲਾਗੂ ਹੋਵੇ, ਇੱਕ ਦੇਸ਼ ਦੇ ਵਿੱਚ ਹੋਰ ਕੋਈ ਵਿਚਾਰ ਉੱਠ ਨਾ ਸਕਦਾ ਹੋਵੇ, ਉੱਥੇ ਇੱਕ ਹੀ ਵਿਚਾਰ ਦੇ ਅਨੁਸਾਰ ਚੱਲਣ ਵਾਲੇ ਲੋਕਾਂ ਨੂੰ ਰਹਿਣ ਦੇ ਲਈ ਹੀ ਆਗਿਆ ਹੁੰਦੀ ਹੈ। ਕਿਸੇ ਹੋਰ ਵਿਚਾਰ ਦੇ ਲੋਕਾਂ ਨੂੰ ਆਗਿਆ ਨਹੀਂ ਦਿੱਤੀ ਜਾਂਦੀ। ਲੋਕਾਂ ਨੂੰ ਧਰਮ ਪਰਿਵਰਤਨ ਲਈ ਕਿਹਾ ਜਾ ਸਕਦਾ ਹੈ, ਲੋਕਾਂ ਨੂੰ ਵਿਚਾਰ ਪਰਿਵਰਤਨ ਲਈ ਕਿਹਾ ਜਾ ਸਕਦਾ ਹੈ। ਲੋਕਾਂ ਨੂੰ ਇਹਨਾਂ ਸਭ ਚੀਜ਼ਾਂ ਤੋਂ ਜੇ ਉਹ ਨਹੀਂ ਬਦਲਦੇ, ਜੇ ਧਰਮ ਪਰਿਵਰਤਨ ਨਹੀਂ ਕਰਦੇ, ਤਾਂ ਉਹਨਾਂ ਦਾ ਕਤਲੇਆਮ ਵੀ ਕੀਤਾ ਜਾ ਸਕਦਾ ਹੈ। ਇਹ ਮਤਲਬ ਲੋਕਾਂ ਦੇ ਵਿੱਚ ਜਚਾਉਣ ਦੇ ਲਈ ਪਹਿਲਾਂ ਐਜੂਕੇਸ਼ਨ ਦੁਆਰਾ ਜਾਂ ਫਿਰ ਸੋਸ਼ਲ ਮੀਡੀਆ ਦੁਆਰਾ ਲੋਕਾਂ ਦੇ ਵਿੱਚ ਐਵੇਂ ਦਾ ਭਰਮ ਫੈਲਾਇਆ ਜਾਂਦਾ ਹੈ ਕਿ ਇਹ ਗੱਲਾਂ ਕੀ ਨੇ, ਕਿਉਂ ਕਿਸੇ ਦਾ ਕਤਲ ਕਰਨਾ ਜ਼ਰੂਰੀ ਹੈ, ਕਿਉਂ ਕੋਈ ਜਿਹੜੀ ਖਾਸ ਨਸਲ ਹੈ, ਖਾਸ ਲੋਕ ਨੇ, ਉਹ ਦੇਸ਼ ਨੂੰ ਕੀ ਨੁਕਸਾਨ ਪਹੁੰਚਾ ਰਹੇ ਨੇ। ਐਵੇਂ ਦਾ ਇੱਕ ਪ੍ਰੋਪੇਗੰਡਾ ਖੜਾ ਕਰਕੇ ਲੋਕਾਂ ਦੇ ਵਿੱਚ ਇਹ ਜਚਾ ਲਿਆ ਜਾਂਦਾ ਹੈ, ਅਤੇ ਉਸ ਚੀਜ਼ ਨੂੰ ਜਚਾਉਣ ਤੋਂ ਬਾਅਦ ਇਹ ਗੱਲ ਸਾਫ਼ ਜ਼ਾਹਿਰ ਹੋ ਜਾਂਦੀ ਹੈ ਕਿ ਇਸ ਤੋਂ ਬਾਅਦ ਜਿਹੜਾ ਕਤਲੇਆਮ ਆ ਉਹ ਵੱਡੇ ਪੱਧਰ 'ਤੇ ਕੀਤਾ ਜਾਂਦਾ। ਆਪਾਂ ਇਹਦੇ ਵਿੱਚ 1984 ਦੇ ਵਿੱਚ ਸਿੱਖ ਨਸਲ ਕੁੰਸੀ ਜਿਹੜੀ ਉਹ ਦੇਖ ਸਕਦੇ ਆਂਗੇ, ਜਾਂ 2002 ਦੇ ਵਿੱਚ ਜਿਹੜੇ ਗੁਜਰਾਤ ਦੇ ਵਿੱਚ ਦੰਗੇ ਹੋਏ ਨੇ ਉਹ ਦੇਖ ਸਕਦੇ ਹਾਂ। ਸੋ ਐਵੇਂ ਦੀ ਸਥਿਤੀ ਦੇ ਵਿੱਚ ਜਿਹੜੀ ਇੱਕ ਵਿਰੋਧੀ ਧਿਰ ਹੈ ਉਹਨਾਂ ਦੀ ਭੂਮਿਕਾ ਬਹੁਤ ਡਾਵਾਂਡੋਲ ਵਾਲੀ ਹੈ, ਕਿਉਂਕਿ ਸਰਕਾਰ ਕੋਲ ਇੰਨੀ ਪਾਵਰ ਹੈ। ਵਿਰੋਧੀ ਧਿਰ ਨੂੰ ਬੋਲਣ ਦੀ ਆਗਿਆ ਨਹੀਂ ਰਹਿੰਦੀ, ਸਰਕਾਰੀ ਪਾਵਰ ਉਹਦੇ ਕੋਲ ਹੈ, ਸਾਰੀ ਪੈਸੇ ਦੀ ਪਾਵਰ ਉਹਦੇ ਕੋਲ ਆ। ਵਿਰੋਧੀ ਧਿਰ ਦਾ ਜਿਹੜਾ ਬੋਲਣਾ ਉੱਥੇ ਉਹ ਬਹੁਤ ਔਖੀ ਗੱਲ ਹੈ। ਇਸ ਕਰਕੇ ਤਾਨਾਸ਼ਾਹੀ ਵਾਲੇ ਦੇਸ਼ਾਂ ਦੇ ਵਿੱਚ ਜਿਹੜੇ ਵਿਰੋਧੀ ਨੇ ਉਹਨਾਂ ਦਾ ਕਤਲੇਆਮ ਕਰਵਾਉਣਾ ਇਹ ਆਮ ਗੱਲ ਹੈ। ਇਹ ਜਰਮਨੀ ਦੇ ਵਿੱਚ ਵੀ ਹੋਇਆ, ਇਹ ਇਟਲੀ ਦੇ ਵਿੱਚ ਵੀ ਹੋਇਆ, ਅਤੇ ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਸੋਵੀਅਤ ਸੰਘ ਦੇ ਵਿੱਚ ਸਟਾਲਨ ਦੇ ਸਮੇਂ ਦੇ ਵਿੱਚ ਵੀ ਇਹ ਸਾਰਾ ਕੁਛ ਹੋਇਆ। ਸੋ ਪਿਆਰੇ ਬੱਚਿਓ, ਆਪਾਂ ਨੇ ਅੱਜ ਪੜ੍ਹਿਆ ਕਿ ਜਿਹੜਾ ਇਕਤਲੀ ਪ੍ਰਣਾਲੀ ਹੈ ਉਹਦੇ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਕੀ ਹੈ। ਮੋٹے ਪੁਆਇੰਟ ਜਿਹੜੇ ਉਹ ਤੁਹਾਨੂੰ ਮੈਂ ਕਰਵਾਏ ਨੇ। ਪਹਿਲੀ ਗੱਲ ਹੈ, ਇਹਨਾਂ ਨੂੰ ਆਪਣੀਆਂ ਕਾਪੀਆਂ ਦੇ ਉੱਤੇ ਸੋਹਣਾ ਸਜਾ ਕੇ ਕਰਨਾ ਇੱਕ ਇੱਕ ਪੁਆਇੰਟ ਨੂੰ, ਤਾਂ ਕਿ ਤੁਹਾਨੂੰ ਪੇਪਰਾਂ ਵੇਲੇ ਜਿਹੜਾ ਸੌਖਾ ਰਹੇ ਯਾਦ ਕਰਨਾ। ਉਹ ਪੁਆਇੰਟਾਂ ਦੇ ਵਿੱਚ ਇਹੀ ਹੈ, ਇਹ ਗੱਲ ਮੁੱਖ ਰੱਖਣੀ ਆ ਕਿ ਜਿੱਥੇ ਮੰਨ ਲਓ ਤੁਸੀਂ ਕਿਸੇ ਜਗ੍ਹਾ ਦੇ ਵਿੱਚ ਕਿਸੇ ਨੂੰ ਚੁਣਨਾ, ਕਿਸੇ ਦੀ ਵੀ ਚੋਣ ਕਰਨੀ ਹੈ, ਕੋਈ ਲੀਡਰ ਚੁਣਨਾ, ਜਾਂ ਤੁਹਾਡੇ ਕਲਾਸ ਦੇ ਵਿੱਚ ਮੋਨੀਟਰ ਚੁਣਨਾ ਹੈ। ਜੇ ਮੋਨੀਟਰ ਦੇ ਵਿੱਚ ਅੱਗੇ ਹੀ ਇੱਕ ਨੂੰ ਹੋਵੇ ਵੀ ਸਿਰਫ ਇਹੀ ਮੋਨੀਟਰ ਬਣੂਗਾ, ਫਿਰ ਉੱਥੇ ਚੁਣਨ ਨਾ ਚੁਣਨ ਦਾ ਤਾਂ ਸਵਾਲ ਹੀ ਨਹੀਂ ਨਾ। ਇਸ ਕਰਕੇ ਬਹੁਤ ਵੱਡੀ ਗੱਲ ਹੈ ਕਿ ਇੱਕ ਜਿਹੜੀ ਦਲ ਪ੍ਰਣਾਲੀ ਹੈ, ਤੁਸੀਂ ਸਕੂਲ ਦੇ ਵਿੱਚ ਵੀ ਹੋ ਸਕਦਾ ਹੈਗਾ ਉਸ ਮੋਨੀਟਰ ਦੇ ਉੱਤੇ ਦੂਜੇ ਲੋਕ ਖੁਸ਼ ਨਾ ਹੋਣ, ਦੂਸਰੇ ਜਿਹੜੇ ਤੁਹਾਡੇ ਸਟੂਡੈਂਟ ਸਾਥੀ ਨੇ ਖੁਸ਼ ਨਾ ਹੋਣ, ਉਹਨੂੰ ਸਹੀ CR ਜਿਹੜਾ ਨਾ ਸਮਝਦੇ ਹੋਣ, ਹੋ ਸਕਦਾ ਉਹਦਾ ਅਲਟਰਨੇਟਿਵ ਚਾਹੁੰਦੇ ਹੋਣ ਕਿਸੇ ਹੋਰ ਨੂੰ ਬਣਾਇਆ ਜਾਵੇ।
ਜਾਂ ਹੋ ਸਕਦਾ ਉਹ ਪੂਰਾ ਜਿਹੜਾ ਕੰਮ ਆ ਉਹ ਆਪਣੇ ਕੈਪੇਬਲ ਤਰੀਕੇ ਦੇ ਨਾਲ ਨਾ ਕਰ ਸਕਦਾ ਹੋਵੇ, ਪਰੰਤੂ ਜੇ ਉੱਥੇ ਆਗਿਆ ਹੀ ਸਿਰਫ ਇੱਕ ਇਨਸਾਨ ਨੂੰ ਆ ਤਾਂ ਇਹਦਾ ਮਤਲਬ ਇਸ ਤਰੀਕੇ ਨੂੰ ਤੁਸੀਂ ਸਮਝ ਸਕਦੇ ਹੋ ਕਿ ਉੱਥੇ ਵਿਰੋਧੀ ਧਿਰ ਦੀ ਹੋਂਦ ਹੀ ਨਹੀਂ ਹੈ। ਜੇਕਰ ਉੱਥੇ ਹੋਂਦ ਹੈ ਕਿ ਇੱਕ ਇਨਸਾਨ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਤੁਸੀਂ ਉਹਦਾ ਵਿਰੋਧ ਕਰਦੇ ਹੋ, ਤੁਹਾਨੂੰ ਉੱਥੇ ਵਿਰੋਧ ਕਰਨ ਦੀ ਆਗਿਆ ਹੈ, ਤੇ ਉੱਥੇ ਇੱਕ ਆਪਸ਼ਨ ਵੀ ਪਈ ਹੈ ਕਿ ਤੁਸੀਂ ਇੱਥੇ ਇਹਨੂੰ ਚੁਣ ਸਕਦੇ ਹੋ ਜੀ। ਇਹਦਾ ਮਤਲਬ ਕਿ ਉੱਥੇ ਵਿਰੋਧੀ ਧਿਰ ਦੀ ਜਿਹੜੀ ਭੂਮਿਕਾ ਉਹ ਪੋਜ਼ਿਟਿਵ ਹੈ, ਬਿਲਕੁਲ ਇੱਕ ਨਾ ਮਾਤਰ ਦੀ ਤਰ੍ਹਾਂ ਨਹੀਂ ਹੈ। ਆਪਾਂ ਨੇ ਜਰਮਨੀ ਦੀ ਉਦਾਹਰਨ ਲਈ ਹੈ, ਆਪਾਂ ਨੇ ਉੱਤਰ ਕੋਰੀਆ ਦੀ ਉਦਾਹਰਨ ਲਈ ਹੈ, ਆਪਾਂ ਨੇ ਚੀਨ ਦੀ ਉਦਾਹਰਨ ਲਈ ਆ। ਉੱਤਰ ਕੋਰੀਆ ਦੇ ਵਿੱਚ ਵੀ ਇਸੇ ਤਰ੍ਹਾਂ ਹੈ ਕਿ ਅਲਾਉਡ ਨਹੀਂ ਆ ਦੂਸਰੀ ਕੋਈ ਪਾਰਟੀ। ਇਹਦੇ ਬਹੁਤ ਸਾਰੇ ਤਰਕ ਨੇ। ਜਿਹੜੇ ਇੱਕ ਪਾਰਟੀ ਸਿਸਟਮ ਵਾਲੇ ਨੇ ਉਹ ਇਹ ਤਰਕ ਦਿੰਦੇ ਨੇ ਕਿ ਇਹਦੇ ਨਾਲ ਇੱਕ ਤਾਂ ਜਿਹੜੀਆਂ ਪਾਲਿਸੀਆਂ ਨੇ ਉਹ ਸਹੀ ਤਰੀਕੇ ਨਾਲ ਚੱਲਦੀਆਂ ਰਹਿੰਦੀਆਂ ਨੇ। ਮੰਨ ਲਓ ਇੱਕ ਪਾਰਟੀ ਦੀ ਸਰਕਾਰ ਆਈ 5 ਸਾਲ ਵਾਸਤੇ, ਉਹਨੇ ਇੱਕ ਕੰਮ ਸ਼ੁਰੂ ਕੀਤਾ, ਦੂਸਰੀ ਪਾਰਟੀ ਦੀ ਸਰਕਾਰ ਆਈ, ਮੰਨ ਲਓ ਇੱਕ ਪਾਰਟੀ ਦੀ ਸਰਕਾਰ ਨੇ ਸੜਕਾਂ ਬਣਾਉਣੀਆਂ ਸ਼ੁਰੂ ਕਰਤੀਆਂ, ਦੂਸਰੀ ਪਾਰਟੀ ਦੀ ਸਰਕਾਰ ਆਈ ਉਹਨੇ ਸੀਵਰੇਜ ਪਾਉਣੀ ਸ਼ੁਰੂ ਕਰਤੀ ਸੜਕਾਂ ਵਿਚਾਲੇ ਛੱਡ ਕੇ। ਇਸ ਕਰਕੇ ਇੱਕ ਪਾਰਟੀ ਵਾਲੇ ਇਹ ਕਹਿੰਦੇ ਨੇ ਕਿ ਨਹੀਂ, ਜਿਹੜੀ ਇੱਕ ਪਾਰਟੀ ਦੀ ਸਰਕਾਰ ਉਹ ਜਿਹੜਾ ਵੀ ਕੰਮ ਉਹ ਵਿੱਢੂਗੀ ਉਹ ਸਿਰੇ ਤੱਕ ਲੈ ਕੇ ਜਾਊਗੀ, ਫਿਰ ਉਹ ਅਗਲਾ ਕੰਮ ਜਿਹੜਾ ਉਹ ਪੂਰਾ ਕਰੂਗੀ। ਦੂਜਾ, ਜਦੋਂ ਦੋ ਪਾਰਟੀਆਂ ਹੁੰਦੀਆਂ ਨੇ ਤਾਂ ਉਹ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਦੇਸ਼। ਲੋਕ ਦੇਸ਼ ਹਿੱਤ ਨਾਲੋਂ ਪਾਰਟੀ ਹਿੱਤ ਨੂੰ ਵੱਧ ਜਿਹੜਾ ਉਹ ਧਿਆਨ ਦਿੰਦੇ ਨੇ। ਪਾਰਟੀ ਦੇ ਜਿਹੜੇ ਵਰਕਰ ਨੇ ਉਹ ਆਪਦੀਆਂ ਪਾਰਟੀਆਂ ਨੂੰ ਮੇਨ ਮੰਨ ਕੇ ਜਿਹੜਾ ਉਹ ਚੱਲਦੇ ਨੇ। ਇਸ ਕਰਕੇ ਆਪਾਂ ਕਹਿ ਸਕਦੇ ਹਾਂਗੇ ਕਿ ਜਿਹੜੀ ਇੱਕ ਦਲੀ ਪ੍ਰਣਾਲੀ ਦੇ ਵਿੱਚ ਜਿਹਨਾਂ ਲੋਕਾਂ ਦੀ ਰਾਏ ਆ ਕਿ ਇਹ ਵਧੀਆ ਹੈਗੀ, ਉਹ ਵੀ ਆਪਾਂ ਨੇ ਪੱਖ ਰੱਖੇ ਨੇ। ਜਿਹਨਾਂ ਲੋਕਾਂ ਦੀ ਰਾਏ ਆ ਇਹ ਘਟੀਆ ਹੈ, ਇਹ ਵਧੀਆ ਨਹੀਂ ਹੈ ਕਿਉਂਕਿ ਵਿਰੋਧੀ ਧਿਰ ਦੀ ਭੂਮਿਕਾ ਜਿਹੜੀ ਉਹ ਨਾ ਮਾਤਰ ਹੈ, ਉਹ ਵੀ ਆਪਾਂ ਨੇ ਜਿਹੜੇ ਉਹ ਪੱਖ ਰੱਖੇ ਨੇ। ਆਸ ਕਰਦੇ ਹਾਂ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਹੋਵੇਗਾ। ਬਹੁਤ ਬਹੁਤ ਧੰਨਵਾਦ।